पंजाब दी सियासत दे विच बहुत वड्डा बदलाव आ गया है। सोच के देखो कि मुख मंत्री भगवंत मान ने जेकर कोई कानून पास करवाना होवे, केंद्र सरकार तो मदद लैनी होवे ते उस दे लई जरूरी बना दिता जावे भी तैं भाई सुखवीर बादल दे साइन कराने जरूरी ने। सोच के देखो देश दी जां फिर इस स्टेट दी पोलीटिकल कंडीशन की हो सकती है। बिल्कुल जी, जिस तरह 2024 दियां चोणां नेड़े आ रही ने, सियासी चालां ने जिहड़ियां ਉਹ ਸ਼ਤਰੰਜ ਦੀਆਂ ਚਾਲਾਂ ਨੂੰ ਵੀ ਮਾਤ ਪਾਉਂਦੀਆਂ ਜਾ ਰਹੀਆਂ ਨੇ। ਕੁਝ ਅਜਿਹੇ ਬਦਲਾਅ ਨਜ਼ਰ ਆ ਰਹੇ ਨੇ ਜਿਹੜੇ ਕਿ ਜਦੋਂ ਤੁਸੀਂ ਦੇਖੋਗੇ, ਜਦੋਂ ਤੁਸੀਂ ਪੜ੍ਹੋਗੇ, ਸੁਣੋਗੇ ਤਾਂ ਹੈਰਾਨ ਹੋ ਜਾਓਗੇ। ਕੀ ਅਜਿਹਾ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਕੇਂਦਰ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਬਣ ਜਾਣ ਤੇ ਖੇਤੀਬਾੜੀ ਦੇ ਸੰਬੰਧੀ ਜੇਕਰ ਭਗਵੰਤ ਮਾਨ ਸਰਕਾਰ ਨੇ ਕੋਈ ਬਿੱਲ ਪਾਸ ਕਰਨਾ ਹੈ, ਜੇਕਰ ਕੋਈ ਪ੍ਰਵਾਨਗੀ ਲੈਣੀ ਹੈ, ਕੋਈ ਮਦਦ ਲੈਣੀ ਹੈ ਕੇਂਦਰ ਸਰਕਾਰ ਤੋਂ, ਤਾਂ ਉਸ ਦੇ ਵਾਸਤੇ ਸੁਖਵੀਰ ਬਾਦਲ ਦੇ ਕੋਲ ਜਾ ਕੇ ਬੇਨਤੀ ਕਰਨੀ ਜ਼ਰੂਰੀ ਹੋ ਜਾਊਗੀ। ਉਸ ਦੇ ਵਾਸਤੇ ਸੁਖਵੀਰ ਬਾਦਲ ਦੇ ਸਾਈਨ ਹੋਣੇ ਜ਼ਰੂਰੀ ਹੋ ਜਾਣਗੇ। ਇਹ ਸਿਰਫ ਕਲਪਨਾ ਨਹੀਂ ਹੈਗੀ। ਤੁਹਾਨੂੰ ਲੱਗਦਾ ਹੋਵੇਗਾ ਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵਿਰੋਧੀ ਹੈ ਜੋ ਕਿ ਇਸ ਤਰ੍ਹਾਂ ਦੀ ਕਲਪਨਾ ਕਰ ਰਿਹਾ। ਨਹੀਂ ਜੀ, ਇਹ ਸਿਆਸੀ ਸ਼ਤਰੰਜ ਹੈ ਤੇ ਇਹ ਸ਼ਤਰੰਜ ਵਿਛਾ ਦਿੱਤੀ ਗਈ ਆ, ਕਿਉਂਕਿ 24 ਦੀਆਂ ਇਲੈਕਸ਼ਨ ਆ ਰਹੀਆਂ ਨੇ ਤੇ ਭਾਜਪਾ ਤੇ ਅਕਾਲੀ ਦਲ ਦੇ ਦਰਮਿਆਨ ਪਹਿਲਾਂ ਜਿਹੜੀ ਖਟਾਸ ਸੀ ਉਹ ਹੁਣ ਲਗਭਗ ਖਤਮ ਹੋਣ ਦੇ ਕੰਢੇ ਹੈ। ਸੀਟਾਂ ਦੀ ਵੰਡ ਤੱਕ ਦਾ ਫੈਸਲਾ ਹੋ ਚੁੱਕਾ ਹੈ। ਵਿਧਾਨ ਸਭਾ 'ਚ ਦੋਵਾਂ ਵਿਚਕਾਰ ਕਿੰਨੀਆਂ ਸੀਟਾਂ ਦੀ ਵੰਡ ਹੋਈ ਹੈ ਤੇ ਲੋਕ ਸਭਾ ਜਿਹੜੀ 24  'ਚ ਹੋਣੀ ਆ, ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਕਿੰਨੀਆਂ ਸੀਟਾਂ ਦੀ ਰੇਸ਼ੋ ਹੈ ਜਿਹੜੀ ਰੱਖੀ ਗਈ ਹੈ। ਸਾਰੀ ਸਕੀਮ ਬਣ ਚੁੱਕੀ ਹੈ, ਬੜੇ ਵਧੀਆ ਪੱਧਰ ਤੇ ਬਣ ਚੁੱਕੀ ਹੈ, ਕਿਉਂਕਿ ਸਿਆਸਤ ਦੇ ਵਿੱਚ ਸਭ ਕੁਝ ਜਾਇਜ਼ ਹੈ। ਸਭ ਕੁਝ ਜਾਇਜ਼ ਹੈ ਮੇਰੇ ਕਹਿਣ ਦਾ ਮਤਲਬ ਇਹ ਹੁੰਦਾ ਹੈ, ਸਿਆਸਤ ਦੇ ਵਿੱਚ ਕੋਈ ਵੀ ਤੁਹਾਡਾ ਪੱਕਾ ਦੁਸ਼ਮਣ ਨਹੀਂ ਹੁੰਦਾ। ਪੱਕਾ ਦੋਸਤ ਉਹੀ ਹੁੰਦਾ ਜਿਸ ਤਾਈਂ ਕੰਮ ਪੈਂਦਾ ਹੈ ਤੇ ਜਿਹੜਾ ਸਹੀ ਸਮੇਂ 'ਤੇ ਕੰਮ ਆ ਜਾਏ। ਇਸ ਕਰਕੇ ਹੁਣ ਪੁਰਾਣੇ ਵਿਰੋਧੀ ਕਹਿ ਸਕਦੇ ਹਾਂ, ਪਰ ਹਾਲਾਤਾਂ ਨੂੰ, ਉਹਨਾਂ ਵਿਰੋਧਤਾ ਦੇ ਹਾਲਾਤਾਂ ਨੂੰ ਦੋਵੇਂ ਪਾਰਟੀਆਂ ਨੇ ਪੜ੍ਹਿਆ। ਜਲੰਧਰ ਦੀਆਂ ਜਿਹੜੀਆਂ ਚੋਣਾਂ ਹੋਈਆਂ, ਜਲੰਧਰ ਦੀ ਜ਼ਿਮਨੀ ਚੋਣ ਹੋਈ, ਉਸ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਆਪ ਨੂੰ ਸੰਭਾਲਿਆ, ਅਕਾਲੀ ਦਲ ਨੇ ਵੀ ਆਪਣੇ ਆਪ ਨੂੰ ਸਟੱਡੀ ਕੀਤਾ, ਪੜ੍ਹਿਆ। ਇੱਕ ਸਰਵੇ ਹੋਇਆ ਮੋਦੀ ਸਰਕਾਰ ਦੇ ਵੱਲੋਂ ਕਰਵਾਇਆ ਗਿਆ, ਕੇਂਦਰ ਦੇ ਵੱਲੋਂ ਸਰਵੇ ਕਰਾਇਆ ਗਿਆ ਪੂਰੇ ਮੁਲਕ ਦੇ ਵਿੱਚ ਵੀ ਭਾਈ ਜਿਹੜਾ ਮੋਦੀ ਸਰਕਾਰ ਦੇ ਬਾਰੇ ਲੋਕਾਂ ਦੇ ਵਿਚਕਾਰ ਕਿੰਨਾ ਕੁ ਪ੍ਰੇਮ ਹੈ, ਕਿੰਨਾ ਕੁ ਮੋਹ ਹੈ। ਕਿਤੇ ਭੰਗ ਤਾਂ ਨਹੀਂ ਹੋ ਗਿਆ? ਜੇ ਭੰਗ ਹੋ ਗਿਆ ਤਾਂ ਉਹਦਾ ਕੀ ਕਾਰਨ ਹੋ ਸਕਦਾ? ਤੇ ਭਾਈ ਸਾਹਿਬ ਉਸ ਮੋਹ ਦੀ ਗੱਲ ਕਰੀਏ, ਉਸ ਸਰਵੇ ਦੀ ਗੱਲ ਕਰੀਏ, ਉਹਦੇ ਵਿੱਚ ਉੱਭਰ ਕੇ ਇਹ ਗੱਲ ਸਾਹਮਣੇ ਆਈ ਕਿ ਮੋਦੀ ਸਰਕਾਰ 2019 'ਚ ਜਦੋਂ ਸੱਤਾ 'ਚ ਆਈ ਸੀ ਤਾਂ ਬਹੁਤ ਸਾਰੀਆਂ ਭਾਈਵਾਲ ਸਾਥੀ ਪਾਰਟੀਆਂ ਸੀਗੀਆਂ, ਸਹਿਯੋਗੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਰੀਜਨਲ ਪਾਰਟੀਆਂ, ਖੇਤਰੀ ਪਾਰਟੀਆਂ, ਸਟੇਟਾਂ ਦੀਆਂ ਪਾਰਟੀਆਂ ਸੀਗੀਆਂ ਤੇ ਉਹਨਾਂ ਦੇ ਨਾਲ ਇਹਨਾਂ ਦੀ ਅਣਬਣ ਹੋ ਗਈ। ਕਿਤੇ ਉਹ ਇਹਨਾਂ ਦੇ ਸਹਿਯੋਗੀ ਸੀ, ਜਿੱਤ ਵਿੱਚ ਸ਼ਾਮਿਲ ਸੀ, ਇਹਨਾਂ ਦੀ ਹਰ ਖੁਸ਼ੀ ਵਿੱਚ ਸ਼ਾਮਿਲ ਸੀਗੇ, ਪਰ ਹਾਲਾਤ ਅਜਿਹੇ ਬਣੇ ਕਿ ਉਹਨਾਂ ਨੂੰ ਦੁਸ਼ਮਣਾਂ ਦੀ ਕੈਟਾਗਰੀ ਵਿੱਚ ਖੜਾ ਕਰ ਦਿੱਤਾ ਗਿਆ। ਉਸ 'ਤੇ ਫਿਰ ਸਟੱਡੀ ਹੋਈ, ਭਾਜਪਾ ਦੇ ਵੱਲੋਂ ਸਟੱਡੀ ਕੀਤੀ ਗਈ, ਅਕਾਲੀ ਦਲ 'ਤੇ ਵੀ ਸਟੱਡੀ ਕੀਤੀ ਕਿ ਅਕਾਲੀ ਦਲ ਦੇ ਨਾਲ ਖਟਾਸ ਕਿਉਂ ਪਈ, ਕਿਹੜੇ ਬੰਦਿਆਂ ਕਰਕੇ ਪਈ, ਕੀ ਉਹ ਬੰਦੇ ਭਾਜਪਾ ਦੇ ਸੀਗੇ ਜਾਂ ਅਕਾਲੀ ਦਲ ਦੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ। ਇਸ ਕਰਕੇ ਹੁਣ ਜਿਹੜਾ ਮੰਥਨ ਕੀਤਾ ਗਿਆ, ਉਸ ਮੰਥਨ ਦਾ ਜਿਹੜਾ ਰਿਜ਼ਲਟ ਹੈ ਅੱਜ ਆ ਗਿਆ। ਬਿਲਕੁਲ ਜੀ, ਬ੍ਰੇਕਿੰਗ ਨਿਊਜ਼ ਹਰ ਚੈਨਲ 'ਤੇ ਤੁਸੀਂ ਦੇਖ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ ਯਾਤਰਾ 'ਤੇ ਸੁਖਵੀਰ ਬਾਦਲ ਗਏ ਹੋਏ ਸੀਗੇ। ਜਾਖੜ, ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਹੁਣ ਥਾਪੇ ਗਏ ਨੇ। ਭਾਈ ਸਕੀਮ ਐਸੀ ਘੜੀ ਗਈ ਹੈ ਕਿ ਸੁਖਵੀਰ ਬਾਦਲ ਨੂੰ ਹੁਣ ਵਾਪਸ ਬੁਲਾ ਲਿਆ ਗਿਆ ਤੇ ਬੜੀਆਂ ਹੰਗਾਮੀ ਜਿਹੜੀਆਂ ਅਕਾਲੀ ਦਲ ਦੀਆਂ ਮੀਟਿੰਗਾਂ ਨੇ, ਵਰਕਰਸ ਦੇ ਨਾਲ ਆਪਣੀ ਕੋਰ ਕਮੇਟੀ ਦੀਆਂ ਮੀਟਿੰਗਾਂ ਜਾਂ ਫਿਰ ਹੋਰ ਸੰਬੰਧਿਤ ਪਾਰਟੀਆਂ ਦੇ ਨਾਲ ਉਹ ਮੀਟਿੰਗਾਂ ਬੜੀ ਤੇਜ਼ੀ ਨਾਲ ਆਉਣ ਵਾਲੇ 3 ਕੁ ਦਿਨਾਂ 'ਚ ਨਜ਼ਰ ਆਉਣਗੀਆਂ। ਕੁੱਲ ਮਿਲਾ ਕੇ ਜੇ ਆਖੀਏ, ਅਕਾਲੀ ਦਲ ਤੇ ਭਾਜਪਾ ਇਕੱਠੇ ਹੋਣ ਜਾ ਰਹੇ ਨੇ ਤੇ ਪੂਰੇ ਜ਼ੋਰ ਸ਼ੋਰ ਦੇ ਨਾਲ 2024 ਦੀ ਜਿਹੜੀ ਲੋਕ ਸਭਾ ਚੋਣ ਹੈ ਉਹਦੇ ਲਈ ਮੋਢੇ ਨਾਲ ਮੋਢਾ ਲਾ ਕੇ ਵੱਡਾ ਧਮਾਕਾ ਕਰਨ ਦੀ ਤਿਆਰੀ 'ਚ ਨੇ। ਵੱਡੇ ਧਮਾਕੇ ਤੋਂ ਮੇਰਾ ਮਤਲਬ ਇਹ ਹੈ ਕਿ ਵੱਡੀ ਜਿੱਤ ਵੱਲ ਜਾਣ ਦੀ ਤਿਆਰੀ 'ਚ ਨੇ। ਹੁਣ ਤੁਹਾਨੂੰ ਇਸ ਖਬਰ ਦਾ ਥੋੜ੍ਹਾ ਜਿਹਾ ਵਿਸਥਾਰ ਦੱਸ ਦਈਏ। ਲਓ ਜੀ ਮਿੱਤਰੋ, ਪੰਜਾਬ ਦੇ ਵਿੱਚ ਜਾਖੜ ਹੈ, ਜਦੋਂ ਉਹਨਾਂ ਨੂੰ ਭਾਜਪਾ ਦੀ ਕਮਾਂਡ ਸੰਭਾਲੀ ਗਈ ਹੈ
ਤੇ ਉਸ ਤੋਂ ਬਾਅਦ ਜਿਹੜਾ ਸ਼ੁਭ ਸੰਕੇਤ ਹੈ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਉਹ ਇਹ ਬਣਦਾ ਜਾ ਰਿਹਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਹੁਣ ਭਾਈ ਇਕੱਠੇ ਹੋਣ ਜਾ ਰਹੇ ਨੇ। ਸੁਖਬੀਰ ਬਾਦਲ ਨੇ ਕੋਰ ਕਮੇਟੀ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਬੁਲਾ ਲਈ ਗਈ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਮਾਂਡ ਕਾਂਗਰਸ ਛੱਡ ਕੇ ਆਏ ਭਾਜਪਾ 'ਚ ਸ਼ਾਮਲ ਹੋਏ ਨਿਧੜਕ ਆਗੂ ਸੁਨੀਲ ਜਾਖੜ ਦੇ ਹੱਥ ਵਿੱਚ ਫੜਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ, ਤਤਪਰ ਸੀ ਤੇ ਉਹ ਮੌਕਾ ਵੀ ਆਇਆ। ਜਿਸ ਤਰ੍ਹਾਂ ਉਹ ਮੌਕਾ ਆਇਆ ਉਸੇ ਤਰ੍ਹਾਂ ਹੀ ਭਾਜਪਾ ਤੇ ਅਕਾਲੀ ਦਲ ਗੱਠਜੋੜ ਦੀਆਂ ਜਿਹੜੀਆਂ ਚਰਚਾਵਾਂ ਨੇ ਉਹ ਸੱਥਾਂ ਵਿੱਚ, ਸਿਆਸੀ ਬਾਜ਼ਾਰ ਦੇ ਵਿੱਚ ਸਰਗਰਮ ਹੋ ਗਈਆਂ। ਹੁਣ ਤਾਂ ਇਹ ਗੱਲ ਹੈ ਕਿ ਕਿਸੇ ਵੀ ਸਮੇਂ ਨਿਊਜ਼ ਫਲੈਸ਼ ਹੋ ਸਕਦੀ ਹੈ ਕਿ ਅਕਾਲੀ ਤੇ ਭਾਜਪਾ ਦਾ ਗੱਠਜੋੜ ਹੈ, ਉਸ ਦਾ ਐਲਾਨ ਕੀਤਾ ਜਾ ਰਿਹਾ ਹੈ। ਦੋਵੇਂ ਪਾਰਟੀਆਂ 'ਚ ਸਾਰੀ ਗੱਲਬਾਤ ਲਗਭਗ ਤੈਅ ਹੋ ਚੁੱਕੀ ਹੈ, ਇੱਥੋਂ ਤੱਕ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਵੰਡ ਹੈ ਜਿਹੜੀ ਉਹ ਲਗਭਗ ਕੰਪਲੀਟ ਹੋ ਚੁੱਕੀ ਹੈ ਕਿ ਕਿੰਨੀ ਸੀਟ ਕਿਹਨੂੰ ਦਿੱਤੀ ਹੈ, ਕੀ ਰੇਸ਼ੋ ਰੱਖਣੀਆਂ। ਇਹ ਗੱਠਜੋੜ ਦਾ ਸਿਲਸਿਲਾ ਵੈਸੇ ਜਦ ਬਾਦਲ ਸਾਹਿਬ ਦੀ ਮੌਤ ਹੋਈ ਹੈ, ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਉਹਨਾਂ ਦੀ ਜਦੋਂ ਡੈਥ ਹੋਈ ਹੈ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਕਿ ਦੋਵਾਂ ਪਾਰਟੀਆਂ ਨੂੰ ਇੱਕ ਦੂਜੇ ਦੇ ਨਜ਼ਦੀਕ ਆਉਣਾ ਪਊਗਾ। ਪਰ ਜਿਹੜਾ ਅਮਲੀ ਜਾਮਾ ਹੈ ਨਾ, ਫਿਰ ਉਹ ਜ਼ਿਮਨੀ ਚੋਣ ਆ ਗਈ ਜਲੰਧਰ ਦੀ, ਉਸ ਦੇ ਨਤੀਜੇ ਜਦੋਂ ਆਏ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਕਿ ਦੋਵਾਂ ਪਾਰਟੀਆਂ ਨੇ ਅਮਲੀ ਰੂਪ ਵਿੱਚ ਕਿਸ ਦਿਨ ਐਲਾਨ ਕਰਨਾ ਹੈ। ਦੋਵੇਂ ਇੱਕ ਦੂਸਰੇ ਤੋਂ ਬਿਨਾਂ ਵੱਡੀ ਜਿੱਤ ਵੱਲ ਨਹੀਂ ਵੱਧ ਸਕਦੀਆਂ। ਜਲੰਧਰ ਜ਼ਿਮਨੀ ਚੋਣ ਹੈ ਜਿਹੜੀ, ਜੇਕਰ ਦੋਵੇਂ ਪਾਰਟੀਆਂ ਤੇ ਇਕੱਠੀਆਂ ਹੋ ਕੇ ਲੜੀਆਂ ਹੁੰਦੀਆਂ ਤਾਂ ਰਿਜ਼ਲਟ ਇਹਨਾਂ ਦਾ ਕੁਝ ਹੋਰ ਹੋਣਾ ਸੀ। ਹੁਣ ਅੱਜ ਦੇ ਸਮੇਂ ਦੀ ਗੱਲ ਕਰੀਏ, ਜੇਕਰ ਬਾਕਾਇਦਾ ਤੌਰ 'ਤੇ ਸੁਖਬੀਰ ਬਾਦਲ ਨੇ ਜਿਹੜੇ ਉਹ ਭਾਜਪਾ ਹਾਈ ਕਮਾਂਡ ਦੇ ਵੱਲੋਂ ਫੋਨ ਕਰਕੇ ਵਿਦੇਸ਼ ਗਏ ਹੋਏ ਸੀਗੇ, ਪਰ ਫੋਨ ਕਰਕੇ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਅੱਜ ਸਵੇਰੇ 5 ਵਜੇ ਦਿੱਲੀ ਪਹੁੰਚੇ ਨੇ ਤੇ 5 ਜੁਲਾਈ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਤੇ 6 ਜੁਲਾਈ ਨੂੰ ਉਹਨਾਂ ਨੇ ਕੀ ਕੀਤਾ ਕਿ ਹਲਕਾ ਇੰਚਾਰਜਾਂ ਦੀ ਖਾਸ ਹੰਗਾਮੀ ਮੀਟਿੰਗ ਸੱਦੀ ਆ। ਬਾਕੀ ਗੱਲ ਕਰੀਏ ਕਿ ਕੱਲ੍ਹ ਦੀ ਹੋਣ ਜਾ ਰਹੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਸਾਰਿਆਂ ਦੇ ਨਾਲ ਖੁੱਲ੍ਹੇ ਦਿਲ ਦੇ ਨਾਲ ਚਰਚਾ ਹੋਊਗੀ। ਉੱਥੇ ਹੀ 6 ਜੁਲਾਈ ਨੂੰ ਹਲਕਾ ਇੰਚਾਰਜਾਂ ਤੋਂ ਵੀ ਇਸ ਨਵੇਂ ਸਟੈਪ ਦੇ ਬਾਰੇ, ਨਵੇਂ ਕਦਮ ਦੇ ਬਾਰੇ ਸਲਾਹ ਲਈ ਜਾਊਗੀ, ਮਸ਼ਵਰਾ ਲਿਆ ਜਾਏਗਾ। ਹੁਣ ਅਕਾਲੀ ਦਲ ਦੇ ਵੀ ਸੂਤਰ ਹੈ ਉਹ ਦੱਸਦੇ ਨੇ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਸਾਰੇ ਅਧਿਕਾਰ ਹੈ ਜਿਹੜੇ ਉਹ ਤਾਂ ਭਾਈ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦਿੱਤੇ ਗਏ ਨੇ, ਸੰਭਾਵਨਾ ਹੈ ਕਿ ਉਹਨਾਂ ਨੂੰ ਹੀ ਦਿੱਤੇ ਜਾਣਗੇ। ਬਾਕੀ ਕਾਂਗਰਸ ਦੇ ਇੱਕ ਵੱਡੇ ਆਗੂ ਨੇ ਜਿਹੜੇ ਕਿ ਬੀਜੇਪੀ 'ਚ ਸ਼ਾਮਲ ਹੋਏ, ਚਲੋ ਨਾਮ ਲੈ ਹੀ ਦੇ ਦਿੰਦੇ ਹਾਂ, ਜਾਖੜ ਸਾਹਿਬ, ਸੁਨੀਲ ਜਾਖੜ, ਵੱਡੀ ਜ਼ਿੰਮੇਵਾਰੀ ਮਿਲੀ ਹੈ। ਤੇ ਸੁਖਬੀਰ ਬਾਦਲ ਦੇ ਨਾਲ ਨਜ਼ਦੀਕੀਆਂ ਵਾਲੇ ਆਗੂਆਂ ਨੇ ਦੱਸਿਆ ਹੈ ਕਿ ਭਾਜਪਾ ਨੇ ਪਿਛਲੇ ਦਿਨੀ ਪੂਰੇ ਦੇਸ਼ ਵਿੱਚ ਸਰਵੇਖਣ ਕਰਵਾਇਆ ਸੀ। ਇਸ ਦੇ ਵਿੱਚ ਗੱਲ ਸਾਹਮਣੇ ਆਈ ਕਿ 19 ਦੇ ਮੁਕਾਬਲੇ ਭਾਜਪਾ ਦਾ ਗ੍ਰਾਫ ਹੈ 24 ਤੱਕ ਕਾਫੀ ਗਿਰ ਗਿਆ, ਕਾਫੀ ਨੁਕਸਾਨ ਹੋਇਆ। ਪਹਿਲਾਂ ਵਾਲੀ ਗੱਲ ਨਹੀਂ ਰਹੀ, ਪਹਿਲਾਂ ਵਾਲੀ ਫੇਵਰ ਨਹੀਂ ਰਹੀ। ਸਰਵੇ 'ਚ ਸਾਹਮਣੇ ਆਈ ਕਿ ਭਾਜਪਾ ਦੇ ਜਿਹੜੇ ਪੁਰਾਣੇ ਮਿੱਤਰ ਸੀਗੇ, ਗੱਠਜੋੜ ਵਾਲੀਆਂ ਪਾਰਟੀਆਂ ਸੀ, ਉਹ ਪਾਰਟੀਆਂ ਨੇ ਜਿਹੜੀਆਂ ਇਹਨਾਂ ਦੇ ਨਾਲ ਸਹਿਯੋਗੀ ਸੀਗੀਆਂ, ਐਂ ਕਹਿ ਲਓ ਕਿ ਇਹਨਾਂ ਦਾ ਆਧਾਰ ਬਣ ਚੁੱਕੀਆਂ ਸੀ, ਉਹਨਾਂ ਦੇ ਨਾਲ ਦੁਸ਼ਮਣੀ ਪੈ ਗਈ, ਦੁਸ਼ਮਣਾਂ ਦੀ ਕਤਾਰ 'ਚ ਉਹਨਾਂ ਨੂੰ ਖੜੇ ਕਰਤਾ। ਆਮੋ ਸਾਹਮਣੇ ਜਿਹੜੀ ਹੈ ਹਰ ਇਲੈਕਸ਼ਨ ਦੇ ਵਿੱਚ ਵੈਰ ਚੱਲਦਾ ਰਿਹਾ ਜੀ, ਬਿਆਨ ਚੱਲਦੇ ਰਹੇ। ਇਹਦਾ ਕਾਰਨ ਸੀ ਕਿ 24 'ਚ ਭਾਜਪਾ ਨੂੰ ਹੁਣ ਉਹਦਾ ਨੁਕਸਾਨ ਹੈ ਜਿਹੜਾ ਸਾਫ਼ ਨਜ਼ਰ ਆਉਣ ਲੱਗ ਗਿਆ। ਇਸ ਕਰਕੇ ਭਾਜਪਾ ਨੇ ਪੁਰਾਣੀਆਂ ਪਾਰਟੀਆਂ ਦੇ ਨਾਲ ਦੁਬਾਰਾ ਗੱਠਜੋੜ ਕਰਨ ਦੀ, ਦੋਸਤੀ ਕਰਨ ਦੀ, ਪੁਰਾਣੀ ਜਿਹੜੀ ਸਾਂਝ ਹੈ, ਆੜੀ ਹੈ ਜਿਹੜੀ, ਉਹਨੂੰ ਬਰਕਰਾਰ ਰੱਖਣ ਦੀ ਜਿਹੜੀ ਸਲਾਹ ਤੇ ਅਕਾਲੀ ਦਲ ਦੇ ਨਾਲ ਹੁਣ ਨੇੜਤਾ ਬਣਾਉਣੀ ਸ਼ੁਰੂ ਕਰਤੀ ਹੈ। ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ, ਜਿੰਨਾ ਚਿਰ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਕੋਲ ਕੋਰ ਕਮੇਟੀ ਦੀ ਕਮਾਂਡ ਸੀ, ਉਦੋਂ ਤੱਕ ਤਾਂ ਅਕਾਲੀ ਭਾਜਪਾ ਦੇ ਸੰਬੰਧ ਵਧੀਆ ਚੱਲੇ। ਇੱਥੋਂ ਤੱਕ ਵੀ ਭਾਜਪਾ ਦੇ ਜਿਹੜੇ ਹਾਰੇ ਹੋਏ ਆਗੂ ਸੀ ਉਹਨਾਂ ਨੂੰ ਵੀ ਨਾ ਵੱਡੇ ਬਾਦਲ ਕੀ ਕਰਦੇ ਸੀ, ਕੈਬਨਿਟ ਰੈਂਕ ਤੱਕ ਦੇ ਦਿੰਦੇ ਸੀ। ਪਰ 12 ਤੋਂ 17 ਤੱਕ ਸਰਕਾਰ ਦੇ ਦੌਰਾਨ ਪਾਰਟੀ ਦੀ ਕਮਾਂਡ ਸੁਖਬੀਰ ਬਾਦਲ ਕੋਲ ਪਹੁੰਚੀ ਤੇ ਫਿਰ ਇਹਨਾਂ ਦੀ ਆਪਸ ਵਿੱਚ ਅਣਬਣ ਜੀ ਸ਼ੁਰੂ ਹੋ ਗਈ। ਉਹ ਕਹਾਣੀ ਸੀ ਕਿ ਸਾਨੂੰ ਉਨੀ ਰਿਸਪੈਕਟ ਨਹੀਂ ਮਿਲਦੀ, ਸਾਨੂੰ ਉਹਨਾਂ ਸਤਿਕਾਰ ਨਹੀਂ ਮਿਲਦਾ। ਖਟਾਸ ਹੈ ਜਿਹੜੀ ਆਪਸ ਵਿੱਚ ਉਹ ਇੱਕ ਵਾਰ ਸ਼ੁਰੂ ਹੋ ਜਾਵੇ ਨਾ, ਦਰਾੜ ਹੈ ਜਿਹੜੀ ਫਿਰ ਵੱਧਦੀ ਹੁੰਦੀ ਆ, ਵਧੀ ਜਾਂਦੀ ਆ। ਬਾਕੀ ਦੇਖਿਆ ਹੀ ਆ ਤੁਸੀਂ ਅਖਬਾਰਾਂ 'ਚ ਕਿੰਨੀ ਕੁ ਵਧੀ। 2015 ਦੇ ਵਿੱਚ ਬੇਅਦਬੀ ਕਾਂਡ ਹੋਇਆ ਸੀਗਾ, ਉਸ ਤੋਂ ਬਾਅਦ ਬਾਦਲ ਪਰਿਵਾਰ ਨਿਸ਼ਾਨੇ 'ਤੇ ਆ ਗਿਆ। ਤਾਂ ਉਸ ਵੇਲੇ ਕੀ ਹੋਇਆ, ਭਾਜਪਾ ਹਾਈ ਕਮਾਂਡ ਸੀ ਜਿਹੜੀ, ਉਹਨੇ ਪੰਜਾਬ ਦੀ ਲੀਡਰਸ਼ਿਪ ਦੇ ਪਿੱਛੇ ਲੱਗ ਕੇ ਇਹਨਾਂ ਮਾਮਲਿਆਂ 'ਚ ਆਪਣੇ ਪੈਰ ਹੈ ਜਿਹੜੇ ਪਿੱਛੇ ਖਿੱਚ ਲਏ। ਤੇ ਸੁਖਬੀਰ ਬਾਦਲ ਨੇ ਵੀ ਭਾਜਪਾ ਨੇਤਾਵਾਂ ਨੂੰ ਉਸ ਵੇਲੇ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ, ਨਾ ਉਹਨਾਂ ਦੀ ਸਲਾਹ ਪੁੱਛੀ। ਉਸ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਕਹਿਣ 'ਤੇ ਅਕਾਲੀ ਦਲ ਦੋ ਫਾੜ ਹੈ ਜਿਹੜਾ ਕਰਨ ਦੀ ਕੋਸ਼ਿਸ਼ ਹੈ ਜਿਹੜੀ, ਉਹ ਇਲਜ਼ਾਮ ਲੱਗੇ ਸੀਗੇ ਵੀ ਭਾਜਪਾ ਅਕਾਲੀ ਦਲ ਨੂੰ ਦੋ ਫਾੜ ਕਰ ਰਹੀ ਹੈ, ਕਿਉਂਕਿ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਸੀਗੀਆਂ। ਸਵਰਗੀ ਪ੍ਰਧਾਨ ਕਮਲ ਸ਼ਰਮਾ ਜਾਂ ਫਿਰ ਤੀਕਸ਼ਣ
ਸੂਦ ਆ ਉਹਨਾਂ ਨੂੰ ਕਮਾਂਡ ਦਿੱਤੀ ਗਈ ਸੀ। ਉਹਦੇ ਵਿੱਚ ਪਹਿਲੀ ਕੋਸ਼ਿਸ਼ ਇਹ ਸੀ ਕਿ ਅਕਾਲੀ ਦਲ ਤੋਂ ਬਾਦਲ ਪਰਿਵਾਰ ਨੂੰ ਲਾਂਭੇ ਕੀਤਾ ਜਾਵੇ, ਇੱਕ ਹੋਰ ਨੂੰ ਅਕਾਲੀ ਦਲ ਦੀ ਕਮਾਂਡ ਦਿਵਾਉਣ ਦੀ ਉਦੋਂ ਇੱਕ ਚੱਲੀ ਸੀ, ਕਸ਼ਮਕਸ਼ ਕਹਿ ਦਈਏ, ਭੱਜ ਦੌੜ ਚੱਲੀਏ। ਪਰ ਵੱਡੇ ਬਾਦਲ ਤੇ ਸੁਖਬੀਰ ਬਾਦਲ ਪਾਰਟੀ ਦੇ ਪਕੜ ਮਜ਼ਬੂਤ ਕਰਕੇ ਬੀਜੇਪੀ ਦੀ ਉਦੋਂ ਇਹ ਚਾਲ ਹੈ ਜਿਹੜੀ ਬਹੁਤੀ ਅੱਗੇ ਨਹੀਂ ਤੁਰੀ। ਦੂਜੀ ਕੋਸ਼ਿਸ਼ ਫਿਰ ਅਕਾਲੀ ਦਲ ਦੇ ਦੋ ਫੜ ਹੋਣ ਤੋਂ ਬਾਅਦ ਇੱਕ ਹਿੱਸੇ ਨੂੰ ਹਮਾਇਤ ਕਰ ਰਹੀ ਸੀ ਭਾਜਪਾ, ਜਿਹੜਾ ਕਿ ਅਕਾਲੀ ਦਲ ਸੰਯੁਕਤ ਢੀਂਡਸਾ ਹੋਣਾ ਵਾਲਾ ਜਿਹੜਾ ਸੁਖਦੇਵ ਸਿੰਘ ਢੀਂਡਸਾ ਦਾ, ਉਹਦੇ ਤੌਰ 'ਤੇ ਅਕਾਲੀ ਦਲ ਟਕਸਾਲੀ ਦੇ ਤੌਰ 'ਤੇ ਸਾਹਮਣੇ ਆਇਆ ਸੀ। ਪਰ ਇਹ ਦੋਵੇਂ ਆਪਣਾ ਵਜੂਦ ਨਹੀਂ ਬਣਾ ਸਕੇ। ਬੀਜੇਪੀ ਦੀ ਇਹ ਚਾਲ ਹੈ ਜਿਹੜੀ ਉਹ ਉਦੋਂ ਬਹੁਤਾ ਨਹੀਂ ਰੰਗ ਲਿਆ ਸਕੀ, ਬਹੁਤਾ ਅਸਰ ਨਹੀਂ ਹੋਇਆ। ਪਰ ਇਹਦੇ ਦੌਰਾਨ ਫਿਰ ਕਿਸਾਨ ਅੰਦੋਲਨ ਆ ਗਿਆ। ਕਿਸਾਨ ਅੰਦੋਲਨ ਨੂੰ ਲੈ ਕੇ, ਉਹਦੇ ਪ੍ਰਭਾਵ ਨੂੰ ਲੈ ਕੇ ਭਾਜਪਾ ਦੇ ਜਿਹੜੇ ਨੇਤਾ ਸੀਗੇ ਉਹ ਥੋੜ੍ਹੇ ਨਾ ਐਂ ਕਹਿ ਦਈਏ ਕਿ ਗੈਰ ਤਜਰਬੇਕਾਰ ਹੀ ਰਹੇ। ਜਿਸ ਤਰ੍ਹਾਂ ਉਹਨਾਂ ਦੇ ਬਿਆਨ ਆਏ ਜਾਂ ਜੋ ਉਹਨਾਂ ਨੇ ਰਿਪੋਰਟ ਭੇਜੀ, ਵਾਪਰਿਆ ਬਿਲਕੁਲ ਉਸ ਤੋਂ ਉਲਟ। ਕਿਸਾਨ ਅੰਦੋਲਨ ਪੂਰਾ ਕਾਮਯਾਬ ਹੋਇਆ, ਸੱਚਾ ਅੰਦੋਲਨ ਸੀ। ਹਾਂ, ਉਸ ਸਮੇਂ ਦੌਰਾਨ ਭਾਜਪਾ ਦੀ ਬਹੁਤ ਕਿਰਕਿਰੀ ਹੋਈ, ਹੁਣ ਤੱਕ ਉਹ ਜਾਰੀ ਹੈ। ਪਰ ਹੁਣ ਇਕੱਠੀਆਂ ਹੋ ਰਹੀਆਂ ਨੇ ਪਾਰਟੀਆਂ 24 'ਚ, ਦੇਖੀਏ ਕਿ ਇਹਨਾਂ ਦਾ ਰੇਸ਼ੋ ਕੀ ਆ ਰਹੀ ਆ। ਹਾਲਾਂਕਿ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹੈ ਬਜ਼ਾਰਗਨ। ਜਿਹੜੀ ਗੱਲ ਸਾਹਮਣੇ ਨਿੱਤਰ ਕੇ ਆ ਰਹੀ ਹੈ ਵੀ 24 ਦੀਆਂ ਲੋਕ ਸਭਾ ਜਿਹੜੀਆਂ ਚੋਣਾਂ, 8 ਸੀਟਾਂ ਅਕਾਲੀ ਦਲ ਤੇ 5 ਭਾਜਪਾ ਚੋਣ ਲੜੂਗੀ, ਜਦੋਂ ਕਿ ਇਸ ਤੋਂ ਪਹਿਲਾਂ 10 ਸੀਟਾਂ ਅਕਾਲੀ ਦਲ ਕੋਲ ਹੁੰਦੀਆਂ ਸੀ ਤੇ ਭਾਜਪਾ ਦੇ ਕੋਲ 3 ਹੁੰਦੀਆਂ ਸੀ। ਇਹਨਾਂ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸੀ ਤੇ ਹੁਣ ਜਲੰਧਰ ਤੇ ਲੁਧਿਆਣਾ ਸੀਟਾਂ ਬੀਜੇਪੀ ਦੇ ਖਾਤੇ 'ਚ ਜਾ ਸਕਦੀਆਂ। ਬਾਕੀ ਇਹ ਵੀ ਚਰਚਾ ਕਿ ਅਕਾਲੀ ਦਲ ਭਾਜਪਾ 6 ਤੇ ਵੀ ਇੱਕ ਸੀਟ ਬਸਪਾ ਨੂੰ ਛੱਡ ਸਕਦਾ ਜੇਕਰ ਉਹ ਇਹਨਾਂ ਦੇ ਵਿੱਚ ਸ਼ਾਮਲ ਹੁੰਦੇ ਆ। ਜੇਕਰ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ, ਜਦੋਂ ਵਿਧਾਨ ਸਭਾ ਸੀਟਾਂ ਹੋਣੀਆਂ ਉਹਦੀ ਵੀ ਹੁਣ ਤੋਂ ਹੀ ਸੈਟਿੰਗ ਹੋ ਗਈ ਹੈ, ਉਹਦੀ ਵੀ ਹੁਣ ਤੋਂ ਗੱਲ ਹੋ ਗਈ ਹੈ। ਉਹਦੇ ਵਿੱਚ ਇਹ ਹੁੰਦਾ ਕਿ ਬੀਜੇਪੀ ਨੂੰ 23 ਸੀਟਾਂ ਹੁੰਦੀਆਂ ਸੀਗੀਆਂ, ਵਧਾ ਕੇ 46 ਹੈ ਦਿੱਤੇ ਜਾਣ ਦੀ ਸੰਭਾਵਨਾ ਹੈ। 46 ਸੀਟਾਂ 'ਤੇ ਬੀਜੇਪੀ ਲੜਿਆ ਕਰੂਗੀ, 71 ਉਹ ਤੇ ਅਕਾਲੀ ਦਲ ਕੋਲ ਰਹਿਣਗੀਆਂ। ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੇਕਰ ਇਹਨਾਂ ਦਾ ਗੱਠਜੋੜ ਵਿਧਾਨ ਸਭਾ ਲੜਦਾ ਹੈ, ਜਿੱਤਦਾ ਤਾਂ ਮੁੱਖ ਮੰਤਰੀ ਭਾਈ ਸੁਖਬੀਰ ਬਾਦਲ ਹੋਣਗੇ। ਹੁਣ ਜ਼ਿਕਰਯੋਗ ਹੈ ਕਿ ਅਕਾਲੀ ਦਲ ਹੈ ਜਿਹੜਾ ਕਾਫੀ ਸਮੇਂ ਤੋਂ ਡਾਵਾਂਡੋਲ ਹਾਲਤ 'ਚ ਹੈ। ਪਤਾ ਹੀ ਹੈ ਪਾਰਟੀ ਦਾ ਪੱਧਰ ਕਾਫੀ ਡਿੱਗ ਚੁੱਕਾ ਸੀ। ਭਾਜਪਾ ਨੇ ਇਹਨਾਂ ਹਾਲਾਤਾਂ ਦਾ ਹੁਣ ਫਾਇਦਾ ਉਠਾਇਆ, ਅਗਲਿਆਂ ਨੇ ਆਪਣੀਆਂ ਸੀਟਾਂ ਵਧਾ ਲਈਆਂ। ਬਾਕੀ ਜਾਖੜ ਹੈ ਜਿਹੜੇ ਸੁਨੀਲ ਜਾਖੜ ਦਾ ਕਾਫੀ ਵੱਡਾ ਰੋਲ ਰਿਹਾ ਹੈ, ਇਹ ਪੋਜ਼ੀਟਿਵ ਸਾਈਨ ਹੈ ਇਹ ਦੋਵਾਂ ਪਾਰਟੀਆਂ ਲਈ, ਖੁਦ ਜਾਖੜ ਹੋਰਾਂ ਦੇ ਵਾਸਤੇ ਵੀ। ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਸ਼ੁਰੂ 'ਚ ਮੈਂ ਗੱਲ ਆਖੀ ਸੀ, ਉਹ ਇਹ ਹੈ ਕਿ ਸੁਖਬੀਰ ਬਾਦਲ ਨੂੰ ਲੈ ਕੇ ਭਾਜਪਾ ਹੈ ਜਿਹੜੀ ਉਹ ਬੜੀ ਸੀਰੀਅਸ ਹੈ। ਉਹ ਇੱਕ ਗਿਫਟ ਦੇਣ ਜਾ ਰਹੀ ਹੈ ਜੇਕਰ ਇਹਨਾਂ ਦਾ ਵੱਡੀ ਬਹੁਮਤ ਦੇ ਨਾਲ ਗੱਠਜੋੜ ਹੈ ਜਿਹੜਾ ਜਿੱਤਦਾ। ਸੁਖਬੀਰ ਬਾਦਲ ਨੂੰ ਕਹਿੰਦੇ ਅਸੀਂ ਖੇਤੀਬਾੜੀ ਮੰਤਰੀ ਬਣਾਵਾਂਗੇ ਕੇਂਦਰ ਸਰਕਾਰ ਦਾ। ਖੇਤੀਬਾੜੀ ਮੰਤਰੀ ਜਦੋਂ ਬਣ ਗਏ ਫਿਰ ਦੇਖ ਲਓ ਜੀ, ਸਟੇਟ ਗੌਰਮੈਂਟ ਨੂੰ ਜਾ ਕੇ ਸੁਖਬੀਰ ਬਾਦਲ ਤੋਂ ਪ੍ਰਵਾਨਗੀ ਲੈਣੀ ਪਿਆ ਕਰੂਗੀ। ਕਹਾਣੀ ਹਜੇ ਦੂਰ ਆ ਪਰ ਹੈ ਬਹੁਤ ਤਕੜੀ। ਭਾਜਪਾ ਨਾਲ ਸੁਖਬੀਰ ਨੂੰ ਖੇਤੀਬਾੜੀ ਮੰਤਰੀ ਬਣਾਉਣ ਦੇ ਪਿੱਛੇ ਤਰਕ ਇਹੀ ਹੈ ਕਿ ਪੰਜਾਬ ਹੈ ਜਿਹੜਾ ਖੇਤੀਬਾੜੀ ਵਿਭਾਗ ਹੈ ਜਿਹੜਾ ਇੱਥੋਂ ਦਾ, ਇਸ ਸਟੇਟ ਦਾ, ਉਹ ਬੜਾ ਅਹਿਮ ਹੈ। ਹੁਣ ਜੇਕਰ ਭਗਵੰਤ ਮਾਨ ਸਰਕਾਰ ਨੇ ਖੇਤੀਬਾੜੀ ਸੰਬੰਧੀ ਕੇਂਦਰ ਤੋਂ ਕੋਈ ਮਦਦ ਲੈਣੀ ਹੈ, ਕੋਈ ਨੁਕਤਾ ਸਾਂਝਾ ਕਰਨਾ ਹੈ, ਤਾਂ ਇਹਨਾਂ ਦੇ ਕੋਲ ਕਹਿੰਦੇ ਸੁਖਬੀਰ ਬਾਦਲ ਦੇ ਕੋਲ ਜਾਣ ਤੋਂ ਬਿਨਾਂ ਹੋਰ ਕੋਈ ਫਿਰ ਚਾਰਾ ਨਹੀਂ ਰਹਿਣਾ। ਦੂਜੇ ਪਾਸੇ ਅਕਾਲੀ ਦਲ ਦੇ ਅੰਦਰ ਇਹ ਵੀ ਚਰਚਾ ਹੈ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਭਾਜਪਾ ਨੂੰ ਨਿਸ਼ਾਨੇ 'ਤੇ ਲੈ ਰਿਹਾ ਸੀਗਾ, ਜਿਨ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਕਹਿ ਦਈਏ ਜਾਂ ਫਿਰ ਕਿਸਾਨੀ ਮਸਲੇ ਆ, ਹੋਰ ਮਸਲੇ ਉਹਦੇ ਸੰਬੰਧੀ ਅਕਾਲੀ ਦਲ ਦਾ ਜਿਹੜਾ ਸਟੈਂਡ ਆ ਉਹਦੇ ਬਾਰੇ ਵੀ ਸਵਾਲ ਪੁੱਛੇ ਜਾਣਗੇ ਵੀ ਉਹ ਸਟੈਂਡ ਦਾ ਕੀ ਰਿਪਲਾਈ ਹੋਊਗਾ, ਕੀ ਉਹਨਾਂ 'ਤੇ ਸਟੈਂਡ 'ਤੇ ਕਾਇਮ ਰਹੂਗਾ ਜਾਂ ਨਹੀਂ। ਮਤਲਬ ਹਜੇ ਸ਼ੁਰੂ ਹੋ ਗਈ ਹੈ, ਨਵੀਂ ਚਰਚਾ ਸ਼ੁਰੂ ਹੋ ਗਈ ਹੈ, ਵੱਡੇ ਪੱਧਰ ਦੇ ਨੇੜੇ ਹੀ ਆ, 2-3 ਦਿਨਾਂ ਦੇ ਵਿੱਚ ਇਹ ਸਭ ਕੁਝ ਹੋ ਜਾਣਾ। ਪਰ ਸਵਾਲ ਪੁੱਛਣ ਵਾਲਿਆਂ ਦੇ ਵਾਸਤੇ ਹਾਲੇ ਸਵਾਲ ਬਹੁਤ ਨੇ। ਉਹਨਾਂ ਨੂੰ ਕੀ ਰਿਪਲਾਈ ਮਿਲਦਾ ਹੈ, ਕੀ ਰਿਪਲਾਈ ਤੋਂ ਸੈਟਿਸਫਾਈ ਹੁੰਦੇ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋ ਪਾਰਟੀਆਂ ਨੇ, ਦੋਵੇਂ ਮਿਲਣ ਜਾ ਰਹੀਆਂ ਨੇ, ਕਿ ਇਹ ਇੱਕ ਦੂਸਰੇ ਤੋਂ ਸੈਟਿਸਫਾਈ ਨੇ, ਕੀ ਰਿਜ਼ਲਟ ਇਹ ਦੇ ਸਕਣਗੇ ਜੋ ਇਹਨਾਂ ਤੋਂ ਐਕਸਪੈਕਟ ਕੀਤੇ ਜਾਂਦੇ ਆ। ਆਉਣ ਵਾਲਾ ਸਮਾਂ ਦੱਸੂਗਾ। 24 ਦੂਰ ਹੈ ਪਰ ਇੰਨੀ ਦੂਰ ਵੀ ਨਹੀਂ ਹੈਗੀ, ਇਸ ਕਰਕੇ ਬੜੀ ਅਹਿਮੀਅਤ ਰੱਖਦਾ ਇਸ ਤਰ੍ਹਾਂ ਦਾ ਗੱਠਜੋੜ ਜਿਹੜਾ ਹੋਣਾ। ਵੱਡੀ ਖਬਰ ਹੈ, ਵੱਡਾ ਮਸਲਾ ਹੈ, ਅਤੇ ਹਾਂ ਇਹਦੇ ਚਰਚਾ ਜ਼ਰੂਰ ਪਿੰਡਾਂ 'ਚ, ਸੱਥਾਂ 'ਚ, ਅਤੇ ਹਾਂ ਚੈਨਲਾਂ 'ਤੇ ਵੀ ਸ਼ੁਰੂ ਹੋ ਗਈ ਹੈ।